ਮਿੰਟੂ ਜੀ, ਭਾਜਪਾ ਵਾਲੇ ਕਹਿ ਰਹੇ ਨੇ ਵੀ ਘੋਟਾਲੇ ਦਾ ਮੁੱਖ ਸਰਗਨਾ ਅਰਵਿੰਦ ਕੇਜਰੀਵਾਲ ਹੈ। ਇਸ ਬਿਆਨ ਦੇ ਵਿੱਚ ਹੋਰ ਕੀ ਤੌਹਮਤਾਂ ਲਗਾਈਆਂ ਗਈਆਂ ਨੇ ਅਰਵਿੰਦ ਕੇਜਰੀਵਾਲ ਤੇ ਭਾਜਪਾ ਵੱਲੋਂ? ਜੀ ਬਿਲਕੁਲ, ਇਹ ਗੌਰਵ ਭਾਟੀਆ ਜਿਹੜੇ ਇਹਨਾਂ ਦੇ ਬਹੁਤ ਵੱਡੇ ਤਰਜਮਾਨ ਨੇ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਇਹ ਗੱਲ ਕਹੀ ਕਿ ਮਨੀਸ਼ ਸਿਸੋਦੀਆ CBI ਦੀ ਹਿਰਾਸਤ ਦੇ ਵਿੱਚ ਆ ਤੇ ਕੱਲ ਉਹਨਾਂ ਦਾ ਅਸਤੀਫਾ ਜਿਹੜਾ ਆਇਆ ਉਹ ਕਿੱਥੋਂ ਆ ਗਿਆ, ਤੇ ਨਾਲ ਕਿਹਾ ਕਿ ਇਸ ਅਸਤੀਫਾ ਪੱਤਰ ਤੇ ਤਾਂ ਮਿੱਤਰ ਤਰੀਕ ਹੀ ਕੋਈ ਨਹੀਂ ਹੈ ਜੀ, ਇਹ ਕਿੱਥੋਂ ਆ ਗਿਆ। ਤੇ ਨਾਲ ਉਹ ਕਹਿੰਦੇ ਆ ਕਿ ਦੇਖੋ ਆਬਕਾਰੀ ਨੀਤੀ ਘੁਟਾਲੇ ਦਾ ਜਿਹੜਾ ਸਰਗਨਾ ਉਹ ਅਰਵਿੰਦ ਕੇਜਰੀਵਾਲ ਆ। ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੇ ਤਾਂ ਅਸਤੀਫਾ ਦੇ ਦਿੱਤਾ, ਪਰ ਅਰਵਿੰਦ ਕੇਜਰੀਵਾਲ ਅਤੇ ਕੈਲਾਸ਼ ਗਹਿਲੋਤ ਕਦੋਂ ਅਸਤੀਫਾ ਦੇਣਗੇ? ਤਾਂ ਮਤਲਬ ਕਿ ਉਹਨਾਂ ਨੇ ਸਿੱਧਾ ਅਟੈਕ ਕੀਤਾ ਅਰਵਿੰਦ ਕੇਜਰੀਵਾਲ ਹੋਰਾਂ ਤੇ ਕਿ ਅਰਵਿੰਦ ਕੇਜਰੀਵਾਲ ਹੀ ਇਸ ਸਾਰੀ ਸ਼ਰਾਬ ਨੀਤੀ ਦੀ ਕਥਿਤ ਗੜਬੜੀ ਦਾ ਦੋਸ਼ੀ ਹੈ ਬਾਈ, ਤੇ ਇਹਦਾ ਅਸਤੀਫਾ। ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਤੇ ਪਹਿਲਾਂ ਹੀ ਬਹੁਤ ਸਿਆਣਾ ਸੁੱਖ ਦੇ ਨਾਲ ਕਹਿੰਦੇ ਹੁੰਦੇ ਨਾ ਕਿ ਇਹ ਤੇ ਫਲਾਣਾ ਆਪ ਹੀ ਸਿਆਣਾ, ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ। ਅਗਲੇ ਨੇ ਕੋਈ ਮੰਤਰਾਲਾ ਹੀ ਨਹੀਂ ਰੱਖਿਆ ਜੀ, ਨਾ ਰਹੂ ਬਾਂਸ ਨਾ ਵਜੂ ਬਾਂਸਰੀ, ਕਹਿੰਦਾ ਜੀ ਆਪਾਂ ਮੁੱਖ ਮੰਤਰੀ ਆ, ਸੇਵਾ ਕਰਨੀ ਆ, ਸੇਵਕ ਹੈਗੇ ਆ, ਕੋਈ ਮੰਤਰੀ ਮੰਡਲ ਦੀ ਕੋਈ ਟੈਨਸ਼ਨ ਹੀ ਨਹੀਂ ਲੈਣੀ, ਕੋਈ ਭਾਰ ਹੀ ਨਹੀਂ ਚੱਕਣਾ, ਕਰੋ ਸੇਵਾ ਤੁਸੀਂ ਕਰੋ। ਤਾਂ ਯਾਨੀ ਜਿਹਦੇ ਕੋਲ ਹੁਣ ਸ਼ਰਾਬ ਦਾ ਮਹਿਕਮਾ ਹੈ, ਐਕਸਾਈਜ਼ ਡਿਪਾਰਟਮੈਂਟ ਆ, ਵਾਰੀ ਤੇ ਉਹਦੀ ਆਉਣੀ ਆ ਨਾ, ਸ਼ਾਮ ਤੇ ਉਹਦੀ ਆਉਣੀ ਆ ਜੀ। ਹਾਲਾਂਕਿ ਇਹ ਤਾਂ ਹੁਣ ਜਾਂਚ ਪੜਤਾਲ ਦਾ ਵਿਸ਼ਾ, ਕੌਣ ਸਰਗਨਾ ਹੈ ਕੌਣ ਨਹੀਂ। ਪਰ ਮੈਂ ਤੁਹਾਨੂੰ ਪਹਿਲੇ ਦਿਨ ਗੱਲ ਦੱਸੀ ਸੀ ਕਿ ਵਿਜੇ ਜੀ ਕਿ ਇਹ ਮਸਲਾ ਜਿਹੜਾ ਉਹ ਰਾਜਨੀਤਿਕ ਰੱਸਾਕਸ਼ੀ ਦਾ ਹੈ, ਭਾਜਪਾ ਉਲਝਾਉਣਾ ਚਾਹੁੰਦੀ ਹੈ। ਇਹ ਉਹ ਬੰਦੇ ਨੇ ਜਿਹੜੇ ਉਹ ਜਿਵੇਂ ਇੱਕ ਬੜਾ ਸ਼ਬਦ ਤੇ ਜਾਂ ਕਹਿ ਲਓ ਕਿ ਜੁਮਲਾ ਬੜਾ ਫੇਮਸ ਹੋਇਆ ਸੀਗਾ ਨਾ ਕਿ ਆਪਦਾ ਮੇ ਅਫਸਰ ਹੈ। ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕੋਰੋਨਾ ਦੇ ਦੌਰਾਨ ਕਿ ਘਬਰਾਓ ਨਾ, ਆਪਦਾ ਮੇ ਅਫਸਰ ਹੈ। ਤਾਂ ਮਤਲਬ ਕਿ ਇਹ ਤਾਂ ਉਹ ਲੋਕ ਨੇ ਜਿਹੜੇ ਇਸ ਜੁਮਲੇ ਤੇ ਬੜੀ ਠੋਕ ਕੇ ਪਹਿਰੇਦਾਰੀ ਕਰਦੇ ਆ ਕਿ ਆਪਦਾ ਮੇ ਵੀ ਅਫਸਰ ਬਣਾ ਲੈਂਦੇ ਆ। ਮਤਲਬ ਕਿ ਇਸ ਮੌਕੇ ਨੂੰ ਵੀ ਇਹਨਾਂ ਨੇ ਜਾਣ ਨਹੀਂ ਦਿੱਤਾ। ਇਹਨਾਂ ਨੂੰ ਪਤਾ ਹੈ ਕਿ ਇਸ ਰਸਾਕਸ਼ੀ ਦੇ ਵਿੱਚ ਭਾਜਪਾ ਸਾਡੇ ਨਾਲ ਥੋੜੀ ਤਾਕਤਵਰ ਆ। ਇਹਨਾਂ ਨੇ ਹੁਣ ਕੀ ਬਣਾਤਾ, ਇਵੈਂਟ ਮੈਨੇਜਮੈਂਟ ਦੇ ਵਿੱਚ ਦੋਵੇਂ ਹੀ ਪਾਰਟੀਆਂ ਜਿਹੜੀਆਂ ਨਾ ਉਸਰੇ ਦੀਆਂ ਨੇ। ਹੁਣ ਇਹ ਕਹਿੰਦੇ ਕਿ ਅਸੀਂ ਜੋ ਵੀ ਧੱਕਾ ਹੋਇਆ ਘਰ ਘਰ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਲੋਕੋ ਸਾਡੇ ਨਾਲ ਹੋਈ ਹੈ, ਜਿਹੜੀ ਅਸੀਂ ਦੱਸਣ ਜੋਗੇ ਨਹੀਂ। ਮਤਲਬ ਕਿ ਸਾਨੂੰ ਰੋਕਣ ਵਾਸਤੇ ਇਹਨਾਂ ਨੇ ਸਾਡੇ ਤੇ ਫਰਜ਼ੀ ਮੁਕੱਦਮੇ ਠੋਕੇ ਆ। ਇੱਕ ਪਾਸੇ ਇਹ ਭੰਡੀ ਕਰ ਰਹੇ ਨੇ ਇਹਨਾਂ ਦੀ ਠੋਕ ਕੇ, ਤਾਂ ਦੂਸਰੇ ਪਾਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਘਰ ਘਰ ਜਾਏਗੀ ਤੇ ਆਪਣੇ ਨਾਲ ਹੋਈ ਬੇਇਨਸਾਫੀ ਦੀ ਕਹਾਣੀ ਸੁਣਾਏਗੀ ਜੀ। ਤੇ ਇੱਧਰੋਂ ਮਿੰਟੂ ਜੀ ਇਹ ਦੱਸਿਓ, ਮੁੱਖ ਮੰਤਰੀ ਨੂੰ ਦਿੱਲੀ ਸੱਦਿਆ ਗਿਆ, ਅੱਗੇ ਕੀ ਹੋਣ ਵਾਲਾ? ਹਾਂਜੀ, ਇਹ ਤੇ ਹੁਣ ਕੱਲ ਨੂੰ ਪਤਾ ਲੱਗੇਗਾ। ਪਰ ਇੱਕ ਚੀਜ਼ ਇੰਟਰਸਟਿੰਗ ਹੈ, ਰੌਚਕ ਹੈ ਕਿ 3 ਤਰੀਕ ਨੂੰ ਤਾਂ ਬਜਟ ਇਜਲਾਸ ਸ਼ੁਰੂ ਹੋਣਾ, ਤੇ ਬਜਟ ਇਜਲਾਸ ਤੁਹਾਨੂੰ ਪਤਾ ਨਾ ਕਿ ਕਿੰਨੀ ਮਿਹਨਤ ਦੇ ਨਾਲ ਸ਼ੁਰੂ ਹੋਣ ਜਾ ਰਿਹਾ। ਉਹ ਤੋਂ ਕੁਝ ਘੰਟੇ ਪਹਿਲਾਂ ਮਾਨ ਸਾਹਿਬ ਦੇ CM ਜਾ ਰਹੇ ਆ ਦਿੱਲੀ, ਤੇ ਦਿੱਲੀ ਦੇ ਵਿੱਚ ਜਾ ਕੇ ਮਿਲ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ। ਤਾਂ ਮਾਮਲਾ ਤਾਂ ਕੁਛ ਵੱਡਾ ਹੀ ਜਾਪਦਾ ਹੈ। ਦੂਜੀ ਚੀਜ਼, ਇੱਕ ਗੱਲ ਹੋਰ ਵੀ ਅੱਜ ਇਤਫਾਕਨ ਬੜੀ ਦਿਲਚਸਪ ਵਾਪਰੀ ਕਿ ਜਿਹੜੇ ਸਾਡੇ ਇੱਥੋਂ ਦੇ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ, ਉਹ ਵੀ ਮਿਲ ਕੇ ਆਏ ਨੇ ਜੀ। ਜਿਹੜੇ ਇੱਕ ਬੈਂਸ ਸਾਹਿਬ ਹੈਗੇ ਨੇ ਮਹਾਰਾਸ਼ਟਰ ਦੇ ਗਵਰਨਰ, ਉਹਨਾਂ ਦੀ ਵੀ ਮੁਲਾਕਾਤ ਹੋਈ ਹੈ। ਤਾਂ ਬਨਵਾਰੀ ਲਾਲ ਪੁਰੋਹਿਤ ਮਿਲ ਕੇ ਆਏ ਆ। ਉਸ ਤੋਂ ਬਾਅਦ ਇਹ ਖਬਰ ਆਉਂਦੀ ਆ ਕਿ ਹਾਂਜੀ ਸਾਡੇ CM ਸਾਹਿਬ ਵੀ ਉੱਥੇ ਜਾ ਰਹੇ ਆ। ਤਾਂ ਲੋਕ ਹੁਣ ਕਿਆਫੇ ਲਾ ਰਹੇ ਆ ਕਿ ਬਈ ਇਹ ਆਪ ਜਾ ਰਹੇ ਆ ਜਾਂ ਉਹ ਦੂਸਰੇ ਬੁਲਾ ਰਹੇ ਆ ਕਿ ਆਓ ਬਈ ਇੱਕ ਵਾਰੀ ਆਓ। ਤਾਂ ਮਸਲਾ ਤਾਂ ਇੱਥੇ ਹੁਣ ਦੇਖੋ ਜੋੜਿਆ ਜਾ ਰਿਹਾ ਕਿ ਲਾਅ ਐਂਡ ਆਰਡਰ ਦੀ ਜੋ ਸਥਿਤੀ ਹੈ, ਖਾਸ ਤੌਰ ਤੇ ਅਜਨਾਲੇ ਵਾਲੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਉਤਪੰਨ ਹੋਈਆਂ ਨੇ ਜਾਂ ਹੋ ਸਕਦੀਆਂ ਨੇ ਕਿ ਉਹਨਾਂ ਦੇ ਮੱਦੇ ਨਜ਼ਰ ਉੱਥੇ ਕੋਈ ਗੱਲਬਾਤ ਹੋ ਸਕਦੀ ਹੈ। ਹੁਣ ਉੱਥੇ ਜਿਹੜੀ ਗੱਲਬਾਤ ਹੋਏਗੀ, ਕਿਉਂਕਿ ਮੀਡੀਆ ਤਾਂ ਮੌਜੂਦ ਨਹੀਂ ਹੋਏਗਾ, ਉਹ ਤੇ ਮਾਨ ਸਾਹਿਬ ਬਾਹਰ ਨਿਕਲ ਕੇ ਹੀ ਦੱਸ ਸਕਦੇ ਆ ਕਿ ਕੀ ਕੋਈ ਗੱਲਬਾਤ ਹੋਈ ਹੈ ਕਿ ਨਹੀਂ ਹੋਈ। ਪਰ ਮੈਨੂੰ ਇਉਂ ਲੱਗਦਾ ਕਿ ਸ਼ਾਇਦ ਇਸ ਮੁੱਦੇ ਦੇ ਮੁਤਲਕ ਗੱਲਬਾਤ ਹੋਏਗੀ। ਹਾਲਾਂਕਿ ਹੋ ਸਕਦਾ ਕਿ ਰਾਜਪਾਲ ਦੇ ਨਾਲ ਵੀ ਜੋ ਚੱਲਦੀ ਪਈ ਹੈ ਕੈਂਸ ਕਿ ਉਹਦੇ ਤੇ ਵੀ ਕੋਈ ਇਹਨਾਂ ਦੀ ਵਿਚਾਰ ਚਰਚਾ ਹੋਵੇ। ਪਰ ਮੁੱਖ ਤੌਰ ਤੇ ਇਸ ਵੇਲੇ ਜਿੰਨਾ ਉਭਾਰ ਹੋਇਆ ਹੈ ਮੁੱਦੇ ਦਾ, ਤਾਂ ਲੱਗਦਾ ਇਹੋ ਹੈ ਕਿ ਲਾਅ ਐਂਡ ਆਰਡਰ ਦੇ ਵਿਸ਼ੇ ਤੇ ਭਗਵੰਤ ਮਾਨ ਹੋਰਾਂ ਨੂੰ ਬੁਲਾਇਆ ਗਿਆ ਕਿ ਆਓ ਬਈ, ਕਿਉਂਕਿ ਉਸ ਤੋਂ ਪਹਿਲਾਂ ਇੱਕ ਰਿਪੋਰਟ ਵੀ ਜਿਹੜੀ ਹੈ ਗ੍ਰਹਿ ਮੰਤਰਾਲੇ ਨੇ ਤਲਬ ਕੀਤੀ ਹੋਈ ਹੈ ਜੀ। ਤੇ ਮਿੰਟੂ ਜੀ, ਬਿਜਲੀ ਦੇ ਬਿੱਲ ਤੋਂ ਹੋਇਆ ਸੀ ਕਹਿੰਦੇ ਯੂਨੀਵਰਸਿਟੀ ਵਿੱਚ ਨਵਜੋਤ ਦਾ ਕਤਲ, ਇਹ ਬਿਜਲੀ ਦਾ ਬਿੱਲ ਦਾ ਕਤਲ ਦੇ ਨਾਲ ਕੀ ਤਾਲੁਕ ਹੈ ਜੀ? ਦੇਖੋ, ਇੱਥੇ ਪੰਜਾਬ ਦੇ ਵਿੱਚ ਇਹੋ ਜਿਹੇ ਕਤਲ ਹੋ ਰਹੇ ਨੇ ਕਿ ਕਿਸੇ ਦਿਨ ਤਾਂ ਇਉਂ ਲੱਗਦਾ ਕਿ ਬੀੜੀ ਪਿੱਛੇ ਨਾ ਬੰਦਾ ਮਾਰਨ ਲੱਗ ਪਿਆ ਕਰਨਾ।
ਇਹੋ ਜੀ ਸੂਰਤ ਹਾਲ ਹੋਈ ਪਈ ਆ, ਕਿਉਂਕਿ ਕਿਤੇ 500 ਦੇ ਰੌਲੇ ਪਿੱਛੇ ਦੋਸਤ ਦੋਸਤ ਨੂੰ ਮਾਰ ਦਿੰਦਾ, ਕਿਤੇ ਪੈਗ ਪਿੱਛੇ ਬੰਦਾ ਬੰਦੇ ਨੂੰ ਮਾਰ ਦਿੰਦਾ, ਕਿਤੇ ਡੀਜੇ ਤੇ ਕਹਿੰਦਾ ਆਹ ਗੀਤ ਨਹੀਂ ਲਾਇਆ, ਆਹ ਲਾਉਣਾ ਸੀਗਾ, ਬਸ ਇੱਥੋਂ ਬੰਦਾ ਮਾਰ ਦਿੰਦੇ ਨੇ। ਇਸ ਵੇਲੇ ਦੀ ਸਾਡੀ ਹਾਲਤ ਬਣੀ ਪਈ ਆ। ਇਹ ਜਿਹੜਾ ਵਿਦਿਆਰਥੀ ਮਰਿਆ ਇਹ ਅਸਲ ਦੇ ਵਿੱਚ ਜੋ ਪੰਜਾਬੀ ਯੂਨੀਵਰਸਿਟੀ ਆ ਪਟਿਆਲਾ ਦੀ, ਉਹਦੇ ਕੈਂਪਸ ਦੇ ਵਿੱਚ ਮਰਿਆ। ਵੀਡੀਓ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ। ਅਸਲ ਦੇ ਵਿੱਚ ਕਹਾਣੀ ਜਿਹੜੀ ਆ ਉਹ ਇਹੋ ਆ ਕਿ ਇਹ ਇੱਕ ਮਕਾਨ ਦੇ ਵਿੱਚ ਰਹਿੰਦੇ ਸਨ। ਜਿਵੇਂ ਆਪਾਂ ਨੂੰ ਪਤਾ ਕਿ ਬਾਹਰੀ ਸ਼ਹਿਰ ਦੇ ਵਿੱਚ ਜਾ ਕੇ ਬੱਚੇ ਪੜ੍ਹਦੇ ਨੇ, ਹੋਸਟਲ ਨਾ ਮਿਲੇ ਤਾਂ ਫਿਰ ਉਹ ਪੀਜੀ, ਜੇ ਪੀਜੀ ਨਹੀਂ ਤਾਂ ਫਿਰ ਕੋਈ ਨਿੱਜੀ ਮਕਾਨ ਕਿਸੇ ਦਾ ਲੈ ਲੈਂਦੇ ਨੇ ਤੇ ਉਹਦਾ ਖਰਚਾ ਪਾਣੀ ਜਿਹੜਾ ਉਹ ਸਾਰੇ ਰਲ ਮਿਲ ਕੇ ਯਾਨੀ ਕਿ ਹਿੱਸਾ ਪੱਤੀ ਪਾ ਕੇ ਉਹ ਚੱਲਦੇ ਆ। ਹੁਣ ਇਹਦੇ ਵਿੱਚ ਕੀ ਹੋਇਆ ਦੱਸਦੇ ਆ ਕਿ ਇਹ ਜਿਹੜੇ ਰਹਿ ਰਹੇ ਸੀਗੇ ਮੁੰਡੇ, ਇਹਨਾਂ ਦਾ ਬਿਜਲੀ ਦੇ ਬਿੱਲ ਨੂੰ ਲੈ ਕੇ ਕੋਈ ਝਗੜਾ ਸੀਗਾ। ਉਸ ਤੋਂ ਬਾਅਦ ਇਹ ਰੌਲਾ ਜਿਹੜਾ ਇੱਥੋਂ ਤੱਕ ਪਹੁੰਚਿਆ ਕਿ ਇਹਨਾਂ ਨੇ ਟਾਈਮ ਬੰਨ ਲਿਆ। ਉੱਥੇ ਦੋਵੇਂ ਧਿਰਾਂ ਪਹੁੰਚ ਗਈਆਂ, ਯਾਨੀ ਦੋ ਧੜੇ ਬਣ ਗਏ, ਦੋਵੇਂ ਧੜੇ ਉੱਥੇ ਪਹੁੰਚ ਗਏ ਤੇ ਇਸ ਦਰਮਿਆਨ ਹੋਈ ਲੜਾਈ ਦੇ ਵਿੱਚ ਨਵਜੋਤ ਦਾ ਕਤਲ ਹੋ ਜਾਂਦਾ ਹੈ। ਨਵਜੋਤ ਇੱਕ ਗਰੀਬ ਘਰ ਦਾ ਬੱਚਾ ਸੀਗਾ, ਬੀਟੈਕ ਕਰਦਾ ਸੀਗਾ। ਉਸ ਤੋਂ ਬਾਅਦ ਫਿਰ ਪੁਲਿਸ ਐਕਟਿਵ ਹੁੰਦੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਬੜਾ ਰੋਸ ਸੀ ਕਿ ਪੰਜਾਬ ਦੇ ਅੰਦਰ ਚੱਲ ਕੀ ਰਿਹਾ ਹੈ, ਕਿ ਜੇਲ੍ਹਾਂ ਦੇ ਵਿੱਚ ਵੀ ਕਤਲ, ਯੂਨੀਵਰਸਿਟੀਆਂ ਦੇ ਵਿੱਚ ਵੀ ਕਤਲ। ਬਈ ਬੰਦਾ ਸੇਫ ਹੈ ਤੇ ਹੈ ਕਿੱਥੇ? ਉਧਰੋਂ ਉਦਣ ਮੈਰਿਜ ਪੈਲੇਸ ਦੇ ਵਿੱਚ ਕਤਲ ਹੋ ਗਿਆ। ਲੋਕ ਸਵਾਲ ਚੁੱਕ ਰਹੇ ਸਨ ਕਿ ਜਾਈਏ ਤੇ ਜਾਈਏ ਕਿੱਥੇ? ਤਾਂ ਫਿਰ ਪੰਜਾਬ ਪੁਲਿਸ ਨੇ ਕਾਫੀ ਤੇਜ਼ੀ ਦਿਖਾਈ। ਇਹਨਾਂ ਨੇ ਉਹ ਬੰਦੇ ਟਰੇਸ ਕੀਤੇ, ਫਿਰ ਸਾਰੇ ਉਹ ਬੰਦੇ ਗ੍ਰਿਫਤਾਰ ਕਰ ਲਏ। ਅੱਜ ਇਹਨਾਂ ਦੇ ਇੱਕ ਅਫਸਰ ਨੇ ਤੇ ਇੱਥੋਂ ਤੱਕ ਗੱਲ ਕਹੀ ਹੈ ਕਿ ਬਈ ਇਹ ਮਾਮੂਲੀ ਲੜਾਈ ਸੀ, ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਸੀ ਕਿਸੇ ਵੀ ਵਿਦਿਆਰਥੀ ਦਾ, ਕੋਈ ਕਿਸੇ ਕਿਸਮ ਦੀ ਕੋਈ ਵੀ ਅਸਮਾਜਿਕ ਗਤੀਵਿਧੀ ਦੇ ਵਿੱਚ ਸ਼ਾਮਲ ਨਹੀਂ ਸੀਗਾ। ਸਾਰੇ ਬੱਚੇ ਪੜ੍ਹਨ ਵਾਲੇ ਸਨ, ਲਿਖਣ ਵਾਲੇ ਸਨ। ਸਿਰਫ ਇੱਕ ਅੱਧੇ ਮੁੰਡੇ ਦਾ ਰੌਲਾ ਹੈਗਾ ਕਿ ਅੱਗੇ ਕੋਈ ਲੜਾਈ ਪੜਾਈ ਚ ਆਇਆ, ਨਹੀਂ ਤਾਂ ਸਾਰੇ ਹੀ ਜਿਹੜੇ ਆ ਉਹ ਪੜ੍ਹਨ ਲਿਖਣ ਵਾਲੇ ਸੀਗੇ। ਤੇ ਪਰ ਨਿੱਕੀ ਜੀ ਗੱਲ ਨੇ ਇਹ ਵਿਗਾੜ ਇੱਥੋਂ ਤੱਕ ਪੈਦਾ ਕਰ ਦਿੱਤਾ ਕਿ ਕਤਲ ਹੋ ਜਾਂਦਾ ਹੈ। ਇਸ ਕਤਲ ਨੇ ਵੀ ਪੰਜਾਬ ਦੀ ਮਾਨਸਿਕਤਾ ਨੂੰ ਇੱਕ ਵਾਰ ਫੇਰ ਝੰਜੋੜਿਆ, ਹਲੂਣਿਆ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਕਿਉਂਕਿ ਇੱਕ ਘਰ ਇਹੀ ਬਰਬਾਦ ਨਹੀਂ ਹੋਇਆ ਜਿਹਦਾ ਬੱਚਾ ਅਰਥੀ ਤੇ ਪੈ ਕੇ ਸਿਵਿਆਂ ਨੂੰ ਚਲੇ ਗਿਆ। ਹੁਣ ਤੁਸੀਂ ਦੇਖੋ ਕਿ ਜਿਹੜੇ 4 ਬੱਚੇ ਹੋਰ ਹੈ ਉਹ ਕਿਹੜਾ ਉੱਥੇ ਸੁਖਾਲੇ ਰਹਿ ਜਾਣਗੇ ਉਦੋਂ ਬਾਅਦ ਜੀ। ਉਹਨਾਂ ਤੇ ਵੀ ਤਾਂ ਬਿਪਤਾ ਟੁੱਟ ਪਈ ਹੈ ਨਾ, ਉਹਨਾਂ ਦੇ ਘਰਦਿਆਂ ਤੇ ਵੀ ਬਿਪਤਾ ਟੁੱਟ ਪਈ ਆ। ਕੋਈ 4 ਸਾਲ ਟ੍ਰਾਇਲ ਚੱਲੇਗਾ, ਜ਼ਮਾਨਤਾਂ ਹੋਣਗੀਆਂ, ਫੇਰ ਹੋ ਸਕਦਾ ਬਚ ਜਾਣ, ਫੇਰ ਅੰਦਰ ਜਾਣਗੇ, ਫੇਰ ਜ਼ਮਾਨਤਾਂ ਹੋਣਗੀਆਂ, ਹੋ ਸਕਦਾ ਫੇਰ ਹਾਈ ਕੋਰਟ ਤੋਂ ਕੇਸ ਰਹਿ ਜਾਵੇ ਜਦ ਤੱਕ ਬੁੱਢੇ ਹੋ ਜਾਣਗੇ। ਜਦ ਤੱਕ ਉਹ ਜਵਾਨੀ ਦਾ ਦੌਰ ਗੁਜ਼ਰ ਚੁੱਕਾ ਹੋਏਗਾ ਜਿਸ ਜਵਾਨੀ ਦੇ ਦੌਰ ਦੇ ਵਿੱਚ ਉਹਨਾਂ ਨੇ ਸਫਲਤਾ ਦੀ ਇਬਾਰਤ ਲਿਖਣੀ ਸੀ ਯੂਨੀਵਰਸਿਟੀ ਚੋਂ ਪੜ੍ਹ ਕੇ। ਇਹ ਆ ਕਿ ਛੋਟੀਆਂ ਗੱਲਾਂ ਕਈ ਵਾਰ ਤੁਹਾਨੂੰ ਬਹੁਤ ਪਿੱਛੇ ਸੁੱਟ ਦਿੰਦੀਆਂ। ਜੇਲ੍ਹ ਦੀ ਕੰਧ ਤੇ ਅਕਸਰ ਇੱਕ ਚੀਜ਼ ਤੁਹਾਨੂੰ ਲਿਖੀ ਵਿਖਾਈ ਦੇਗੀ, ਆਮ ਜੇਲ੍ਹਾਂ ਦੇ ਵਿੱਚ ਲਿਖੀ ਹੁੰਦੀ ਹੈ ਕਿ ਇੱਕ ਗਲਤ ਕਦਮ ਉਠਾ ਥਾ ਰਾਹੇ ਸ਼ੌਕ ਮੇਂ ਤਮਾਮ ਉਮਰ ਮੰਜ਼ਿਲ ਹਮੇ ਢੂੰढती रही। ਪਰ ਅਫਸੋਸ ਹੈ ਕਿ ਉਹ ਬੰਦਾ ਪਹਿਲਾਂ ਨਹੀਂ ਸਮਝਦਾ, ਜਦੋਂ ਜੇਲ੍ਹ 'ਚ ਚਲੇ ਜਾਂਦਾ ਨਾ ਫਿਰ ਉਸ ਸ਼ੇਰ ਨੂੰ ਵਾਰ-ਵਾਰ ਪੜ੍ਹਦਾ, ਦਿਨ 'ਚ ਪਤਾ ਨਹੀਂ ਕਿੰਨੀ ਵਾਰੀ ਪੜ੍ਹਦਾ। ਜੀ ਮਿੰਟੂ ਜੀ, ਬਾਈਬਲ ਕਲਾਂ ਵਾਲੀ ਜਿਹੜੀ ਚਾਰਜ ਸ਼ੀਟ ਹੈ ਉਹਦੇ ਵਿੱਚ ਕੀ ਅਪਡੇਟ ਹੈ ਜੀ? ਦੇਖੋ, ਇੱਕ ਦਿਨ ਗੱਲ ਕੀਤੀ ਸੀਗੀ ਆਪਾਂ ਕਿ ਮੀਟਿੰਗ ਹੋਈ ਆ, ਕਿਉਂਕਿ ਉਸ ਦਿਨ ਕੋਈ ਬਹੁਤਾ ਜ਼ਿਆਦਾ ਮੀਡੀਆ ਦੇ ਵਿੱਚ ਇਹਦਾ ਜ਼ਿਆਦਾ ਕੋਈ ਖਲਾਰਾ ਨਹੀਂ ਸੀਗਾ, ਕੋਈ ਰੌਲਾ ਰੱਪਾ ਨਹੀਂ ਸੀਗਾ, ਕੋਈ ਬਹੁਤੀ ਇਹਦੀ ਤਫਸੀਲ ਨਹੀਂ ਸੀਗੀ ਕਿ ਕੌਮੀ ਇਨਸਾਫ ਮੋਰਚਾ ਦੇ ਕੁਝ ਮੋਹਤਬਾਰ ਜਿਹੜੇ ਆ 2 ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਆਏ ਆ। ਗੱਲ ਆਈ ਗਈ ਹੋ ਗਈ ਸੀਗੀ। ਅਸੀਂ ਉਸ ਦਿਨ ਕਿਹਾ ਸੀਗਾ ਕਿ ਚਲੋ ਇਸ ਬਹਾਨੇ ਇੱਕ ਟੇਬਲ ਟਾਕ ਦਾ ਰਸਤਾ ਤਾਂ ਖੁੱਲਿਆ ਨਾ ਜੀ, ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਅੱਗੇ ਤੁਰੇ। ਤਾਂ ਚੰਗੀ ਖਬਰ ਇਹ ਆ ਕਿ ਹੁਣ ਇਹਨਾਂ ਚੀਜ਼ਾਂ ਤੇ ਮੋਹਰ ਲੱਗ ਰਹੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਐਡਵਾਂਸ ਆ ਦੂਸਰੇ ਮੀਡੀਆ ਦੇ ਮੁਕਾਬਲੇ, ਪਰ ਕੁਝ ਸੂਚਨਾਵਾਂ ਹੁੰਦੀਆਂ ਨੇ ਜਿਹੜੀਆਂ ਵੇਲੇ ਸਿਰ ਤੁਹਾਨੂੰ ਉਪਲਬਧ ਹੋ ਜਾਂਦੀਆਂ ਨੇ। ਤਾਂ ਹੁਣ ਇਹਦੇ ਵਿੱਚ ਸਾਫ਼ ਹੈ, ਅੱਜ ਪ੍ਰੈਸ ਰਿਲੀਜ਼ ਵੀ ਜਾਰੀ ਹੋ ਗਿਆ ਕਿ ਦਰਅਸਲ ਬਾਈਬਲ ਗੋਲੀकांड ਦੇ ਵਿੱਚ ਚਾਰਜ ਸ਼ੀਟ ਜਲਦੀ ਪੇਸ਼ ਹੋਣ ਜਾ ਰਹੀ ਹੈ। ਕੋਟਕਪੂਰਾ ਦੇ ਵਿੱਚ ਹੋ ਗਈ, ਬੇਅਦਬੀ ਵਾਲੇ ਮਾਮਲੇ ਦੇ ਵਿੱਚ ਹੋ ਗਈ, ਕੇਸ ਟ੍ਰਾਂਸਫਰ ਹੋ ਗਿਆ, ਤਾਂ ਇੱਕ ਬਾਈਬਲ ਰਹਿ ਗਿਆ ਸੀਗਾ। ਇਹਦੇ ਵਿੱਚ ਵੀ ਦੱਸਦੇ ਆ ਕਿ ਬਹੁਤ ਹੀ ਜਲਦੀ ਚਾਰਜ ਸ਼ੀਟ ਫਾਈਲ ਹੋਏਗੀ ਤੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਵੱਡੇ ਨਾਮ ਆਉਣਗੇ, ਕਿਉਂਕਿ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਤਾਂ ਵੱਡੇ ਨਾਮ ਪਾਸੇ ਰਹਿ ਗਏ। ਹੁਣ ਰਾਜਨੀਤੀ ਵੀ ਤਾਂ ਚੱਲਣੀ ਹੈ ਨਾ, ਨਹੀਂ ਤਾਂ ਰਾਜਨੀਤਿਕ ਦਾ ਜੇ ਆਪਾਂ ਦੇਖਦੇ ਹਾਂ ਤਾਂ ਕਾਸਾ ਜਿਹੜਾ ਫਿਰ ਕਈ ਵਾਰ ਉਲਟ ਪੈ ਜਾਂਦਾ ਆ। ਸੋ ਇਸ ਕਰਕੇ ਵੱਡੇ ਨਾਂ ਆਉਣ ਦੀ ਸੰਭਾਵਨਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਨਾਲ ਇਹ ਵੀ ਕਿਹਾ ਗਿਆ ਕਿ ਜੋ ਬੰਦੀ ਸਿੰਘਾਂ ਦੇ ਨਾਲ ਜੁੜੇ ਮਸਲੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਜੇਲ੍ਹ ਤਬਦੀਲੀ ਦੀ ਇੱਕ ਮੰਗ ਹੈ,
ਕਿ ਉਹਦੇ ਤੇ ਵੀ ਸਰਕਾਰ ਵਿਚਾਰ ਕਰਨ ਵਾਸਤੇ ਰਾਜ਼ੀ ਹੈ, ਜਾਂ ਹੋਰ ਗੁਰਦੀਪ ਸਿੰਘ ਖੇੜਾ ਵਰਗੇ ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਦੇ ਮਾਮਲੇ ਆ, ਕਿ ਉਹਨਾਂ ਮਾਮਲਿਆਂ ਨੂੰ ਵੀ ਕਿਤੇ ਨਾ ਕਿਤੇ ਟੇਬਲ ਤੇ ਰੱਖਿਆ ਗਿਆ ਤੇ ਉਹਦੇ ਤੇ ਵੀ ਗੱਲ ਟੁਰੀ ਆ ਜੀ। ਤਾਂ ਇਹਦਾ ਮਤਲਬ ਇਹ ਆ ਕਿ ਟੇਬਲ ਤੇ ਆ ਕੇ ਗੱਲਬਾਤ ਦਾ ਰਸਤਾ ਜਿਹੜਾ ਖੁੱਲਿਆ ਸੀਗਾ ਉਹ ਮੋਕਲਾ ਹੁੰਦਾ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਗੱਲਬਾਤ ਬਹੁਤ ਅੱਗੇ ਤੱਕ ਚਲੇ ਜਾਵੇ। ਤਾਂ ਗੱਲਬਾਤ ਹਮੇਸ਼ਾ ਜਾਰੀ ਰਹਿਣੀ ਚਾਹੀਦੀ ਹੈ, ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ। ਸਰਕਾਰ ਦੇਰ ਨਾਲ ਹੀ ਸਹੀ ਇੱਕ ਅੱਛੇ ਰਸਤੇ ਤੁਰੀ ਆ। 48 ਦਿਨ ਬਾਅਦ ਇਹਨਾਂ ਨੇ ਗੱਲਬਾਤ ਤੋਰੀ ਸੀਗੀ, ਚਲੋ ਦੇਰ ਆਏ ਦਰੁਸਤ ਆਏ, ਹੁਣ ਗੱਲਬਾਤ ਤੁਰ ਗਈ ਹੈ ਵਿਜੇ ਜੀ। ਜੀ ਮਿੰਟੂ ਜੀ, ਅਜਨਾਲੇ ਦੇ ਵਿੱਚ ਹਿੰਸਾ ਮਗਰੋਂ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ ਜੀ? ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਸਟੈਂਡ ਜਿਹੜਾ ਸੀਗਾ ਉਹ ਬੜਾ ਡਿਪਲੋਮੈਟਿਕ ਜਿਹਾ ਰਿਹਾ ਸੀਗਾ। ਪਹਿਲੀ ਸਟੇਟਮੈਂਟ ਉਹਨਾਂ ਦੀ ਜਿਹੜੀ ਸੀਗੀ, ਨਾ ਮਤਲਬ ਕਿ ਇੱਧਰੋਂ ਤੇ ਨਾ ਉੱਧਰੋਂ ਵੀ ਕੋਈ ਵੀ ਧੜਾ ਜਿਹੜਾ ਕੋਈ ਵੀ ਪੱਖ ਹੈ ਜਿਹੜਾ ਉਹ ਨਾਰਾਜ਼ ਨਾ ਹੋ ਜਾਵੇ। ਤਾਂ ਉਸ ਤੋਂ ਬਾਅਦ ਕਾਫੀ ਰੋਸ ਹੈ, ਤੁਹਾਨੂੰ ਪਤਾ ਹੀ ਹੈ, ਇਹਦੇ ਵਿੱਚ ਮੁਖਾਲਫਤ ਬਹੁਤ ਹੋ ਰਹੀ ਸੀਗੀ। ਤਾਂ ਹੁਣ ਹੋਇਆ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਬ ਕਮੇਟੀ ਬਣਾਵਾਂਗੇ, ਪਰ ਅੱਜ ਇਹਨਾਂ ਨੇ ਇੱਕ ਵੱਡੀ ਕਮੇਟੀ ਬਣਾ ਦਿੱਤੀ ਹੈ। ਸਬ ਕਮੇਟੀ ਤਾਂ ਕਾਹਦੀ, ਮੈਂ ਕਹੂੰਗਾ ਕਿ ਸਬ ਕਮੇਟੀ ਆ। ਉਹਦੇ ਵਿੱਚ ਬਹੁਤ ਨਾਮਚੀਨ ਬੰਦੇ ਜਿਹੜੇ ਉਹ ਸ਼ਾਮਲ ਕੀਤੇ ਗਏ ਆ। ਜੇ ਟਾਈਮ ਹੋਇਆ ਤਾਂ ਮੈਂ ਤੁਹਾਨੂੰ ਉਹ ਨਾਂ ਵੀ ਦੱਸ ਦੇਵਾਂਗਾ, ਪਰ ਕੁੱਲ ਮਿਲਾ ਕੇ 17 ਮੈਂਬਰੀ ਜਿਹੜੀ ਆ ਉਹ ਕਮੇਟੀ ਬਣਾਈ ਗਈ ਆ। ਉਹਦੇ ਵਿੱਚ SGPC ਦੇ ਪ੍ਰਧਾਨ ਤੋਂ ਲੈ ਕੇ ਹੋਰ ਵੀ ਜੋ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਮੁਖੀ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਆ। ਮਤਲਬ ਕਿ ਇਹ ਵਿਚਾਰ ਕਰਨਗੇ, ਦੀਰਘ ਵਿਚਾਰਾਂ ਹੋਣਗੀਆਂ ਕਿ ਪ੍ਰਦਰਸ਼ਨ ਹੁੰਦੇ ਨੇ ਜਿੱਥੇ, ਮੁਜ਼ਾਹਰੇ ਹੁੰਦੇ ਨੇ ਜਿੱਥੇ, ਜਾਂ ਮੋਰਚੇ ਲੱਗੇ ਹੁੰਦੇ ਨੇ ਜਿੱਥੇ ਸੰਭਾਵਨਾ ਹੁੰਦੀ ਹੈ ਕਿ ਕੋਈ ਲਾਠੀ ਚਾਰਜ ਨਾ ਹੋ ਜਾਵੇ, ਕੋਈ ਐਸਾ ਵੈਸਾ ਨਾ ਹੋ ਜਾਵੇ ਜਿਹਦੇ ਨਾਲ ਬੇਅਦਬੀ ਦੀ ਸੰਭਾਵਨਾ ਉਤਪੰਨ ਹੋਵੇ। ਤਾਂ ਕੀ ਇਹੋ ਜਿਹੀਆਂ ਥਾਵਾਂ ਤੇ ਪਾਵਨ ਸਰੂਪ ਖੜੇ ਜਾ ਸਕਦੇ ਆ, ਲਿਜਾਏ ਜਾ ਸਕਦੇ ਆ ਕਿ ਨਹੀਂ? ਤਾਂ ਇਹ ਪੜਚੋਲ ਹੋਏਗੀ। 17 ਮੈਂਬਰੀ ਕਮੇਟੀ ਹੁਣ ਰਿਪੋਰਟ ਦੇਵੇਗੀ। ਉਸ ਤੋਂ ਬਾਅਦ ਫਿਰ 5 ਸਿੰਘ ਸਾਹਿਬਾਨ ਦੀ ਇਕੱਤਰਤਾ ਤੇ ਫਿਰ ਬਾਅਦ ਦੇ ਵਿੱਚ ਕੋਈ ਆਦੇਸ਼ ਜਿਹੜਾ ਉਹ ਦਿੱਤਾ ਜਾਵੇਗਾ। ਇਹਦਾ ਮਤਲਬ ਇਹ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਇੱਕ ਰਸਤਾ ਕੱਢਿਆ ਕਿ ਖੁਦ ਕੋਈ ਵੱਡਾ ਨਿਰਣਾ ਲੈਣ ਦੀ ਥਾਂ ਤੇ ਇੱਕ ਦੀਰਘ ਵਿਚਾਰ ਹੋ ਜਾਵੇ, ਘੋਖ ਪੜਤਾਲ ਹੋ ਜਾਵੇ, ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇ। ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰ ਪੰਥਕ ਰਾਜਨੀਤੀ ਦੀ ਡਿਪਲੋਮੈਸੀ ਹੁੰਦੀ ਹੈ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ, ਕਿਉਂਕਿ ਇਹਨਾਂ ਨੇ ਜਿਹੜੀ ਪਹਿਲੇ ਦਿਨ ਦੀ ਸਟੇਟਮੈਂਟ ਦਿੱਤੀ ਸੀਗੀ ਜੀ ਉਹ ਤਾਂ ਬੜੀ ਸੌਫਟ ਸੀਗੀ, ਪਰ ਜਿਹੜੇ ਮਜੀਠੀਆ ਹੋਰਾਂ ਤੇ ਅਮਰਤਪਾਲ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਬੋਲ ਸਨ ਉਹ ਬੜੇ ਤਿੱਖੇ ਸਨ। ਤਾਂ ਉੱਥੋਂ ਹੀ ਲੱਗਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੱਖ ਤੋਂ ਕੋਈ ਨਾ ਕੋਈ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਅੱਗੇ ਵਧੇਗੀ। ਜੀ ਮਿੰਟੂ ਜੀ, ਇਹ ਕਿੱਥੇ ਘਟਨਾ ਵਾਪਰੀ ਹੈ ਕਿ ਇੱਕ NRI ਦੀਆਂ ਉਂਗਲਾਂ ਵੱਢ ਦਿੱਤੀਆਂ ਗਈਆਂ ਕਿਸੇ ਝਗੜੇ ਦੇ ਚੱਲਦੇ, ਤੇ ਉਸ ਤੋਂ ਬਾਅਦ ਫਿਰ ਉਹਨੂੰ ਇਸ ਗੱਲ ਵਾਸਤੇ ਉਹਦੇ ਤੇ ਦਬਾਅ ਪਾਇਆ ਗਿਆ ਕਿ ਉਹ ਰਾਜ਼ੀਨਾਮਾ ਕਰੇ? ਜੀ ਬਿਲਕੁਲ, ਇਹ ਜਲੰਧਰ ਦੀ ਘਟਨਾ ਹੈ ਤੇ ਇਹਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਇੱਕ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ ਤੇ ਹੋਈ PC ਦੇ ਵਿੱਚ ਦਿੱਤੀ ਗਈ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ। ਦਰਅਸਲ ਅਮਰੀਕਾ ਤੋਂ ਕੋਈ NRI ਅਮਿਤ ਕੁਮਾਰ ਇੱਥੇ ਪਹੁੰਚਿਆ ਹੋਇਆ ਸੀ। ਉਹ ਦੱਸਦਾ ਕਿ ਮੈਂ ਆਪਣੇ ਭਰਾਤਾ ਦੇ ਨਾਲ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਖਲੋਤਾ ਸੀਗਾ ਤੇ ਇਸ ਦਰਮਿਆਨ ਕੀ ਹੋਇਆ ਕਿ ਗਲਤ ਦਿਸ਼ਾ ਬੰਨਿਓ, ਯਾਨੀ ਗਲਤ ਸਾਈਡ ਬੰਨਿਓ ਕੋਈ ਡਰਾਈਵਰ ਕਾਰ ਲੈ ਕੇ ਆ ਰਿਹਾ ਸੀਗਾ ਤਾਂ ਉਹਦੇ ਨਾਲ ਕੋਈ ਤਲਖ ਕਲਾਮੀ ਹੋ ਗਈ, ਹੋ ਸਕਦਾ ਕੋਈ ਬਹਿਸਬਾਜ਼ੀ ਹੋਈ ਹੋਵੇ। ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਵਾਪਸ ਗੱਡੀ ਮੋੜ ਕੇ ਉਸ ਬੰਦੇ ਨੇ ਲਿਆ ਕੇ ਤਲਵਾਰ ਦੇ ਨਾਲ ਅਟੈਕ ਕਰ ਦਿੱਤਾ। ਇੱਕ ਭਰਾ ਦੇ ਜਦੋਂ ਪਿੱਠ ਤੇ ਤਲਵਾਰ ਮਾਰੀ ਗਈ ਤਾਂ ਦੂਸਰੇ ਪਾਸੇ ਜਦੋਂ ਦੂਜਾ ਵੀਡੀਓ ਬਣਾ ਰਿਹਾ ਸੀਗਾ, ਦੂਜਾ ਭਰਾ ਉਹਨੇ ਵੀਡੀਓ ਬਣਾਉਣੀ ਸਟਾਰਟ ਕਰ ਦਿੱਤੀ। ਜਦੋਂ ਵਾਰ ਹੋਇਆ ਤਾਂ ਉਹਦੇ ਵੱਲ ਜਦੋਂ ਤਲਵਾਰ ਉਲਾਰੀ ਗਈ ਉਹਨੇ ਹੱਥ ਅੱਗੇ ਕਰ ਦਿੱਤਾ, ਉਹਦੀਆਂ ਉਂਗਲਾਂ ਵੱਢੀਆਂ ਗਈਆਂ। ਦੱਸਦੇ ਆ ਕਿ ਉਂਗਲਾਂ ਜੋੜ ਜ਼ਰੂਰ ਗਈਆਂ ਪਰ 2 ਉਂਗਲਾਂ ਨਕਾਰਾ ਨੇ। ਕਮਾਲ ਦੀ ਗੱਲ ਇਹ ਹੋਈ ਆ ਕਿ 1 ਮਹੀਨਾ ਬੀਤ ਜਾਣ ਦੇ ਬਾਵਜੂਦ ਕੇਸ ਹੀ ਰਜਿਸਟਰਡ ਨਹੀਂ ਹੋਇਆ। ਉਲਟਾ ਜਿਹੜਾ IO ਹੈ, ਜਿਹੜਾ ਇਸ ਕੇਸ ਦਾ ਤਫਤੀਸ਼ੀ ਹੈ, ਉਹ ਮਹਾਸ਼ੈ ਕਹਿੰਦਾ ਆ, ਉਹਦਾ ਨਾਮ ਸਤਨਾਮ ਸਿੰਘ, ਇਹਨਾਂ ਨੇ ਜ਼ਿਕਰ ਵੀ ਕੀਤਾ ਕਿ ਉਹ ਉਲਟਾ ਕਹਿੰਦਾ ਕਿ ਜਾਂ ਤੇ ਰਾਜੀਨਾਮਾ ਕਰ ਲਓ, ਲੱਸੀ ਪਾਣੀ ਲੱਗ ਗਿਆ ਹੋਣਾ, ਜਾਂ ਤਾਂ ਕਹਿੰਦਾ ਰਾਜੀਨਾਮਾ ਕਰ ਲਓ, ਨਹੀਂ ਤਾਂ ਕੇਸ ਤਾਂ ਫਿਰ ਤੁਹਾਡੇ ਤੇ ਵੀ ਬਣਦਾ। ਹੁਣ NRI ਬੰਦੇ ਨੂੰ ਤੇ ਇੰਨਾ ਡਰਾਵਾ ਬਹੁਤ ਹੁੰਦਾ ਕਿ ਜੇ ਮੇਰੇ ਤੇ ਕੇਸ ਬਣ ਗਿਆ ਤਾਂ ਮੈਨੂੰ ਤਾਂ ਝੰਜਟ ਪੈ ਜਾਊਗੀ। ਤਾਂ ਇਹ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ NRIs ਨੂੰ ਤੁਸੀਂ ਸੱਦਾ ਦੇ ਰਹੇ ਹੋ, ਇਨਵੈਸਟਮੈਂਟ ਵਾਸਤੇ ਉਹਨਾਂ ਨੂੰ ਬੁਲਾ ਰਹੇ ਹੋ, ਸਹਿਯੋਗ ਮੰਗ ਰਹੇ ਹੋ, ਤਾਂ ਦੂਸਰੇ ਪਾਸੇ ਮਹੀਨਾ ਤੁਸੀਂ ਕੇਸ ਹੀ ਨਹੀਂ ਰਜਿਸਟਰਡ ਕਰ ਰਹੇ। ਇਹ ਬੜੀ ਕਮਾਲ ਦੀ ਗੱਲ ਹੈ, ਵਿਚਿੱਤਰ ਗੱਲ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਵਾਕਿਆ ਸਾਡੇ ਸਾਹਮਣੇ ਆ ਚੁੱਕਾ ਹੈ ਜਿੱਥੇ NRI PC ਕਰਕੇ ਕਹਿ ਚੁੱਕੇ ਆ ਕਿ ਭਾਈ ਅਸੀਂ ਫਸ ਗਏ, ਕਿਰਪਾ ਕਰਕੇ ਇੱਥੇ ਆ ਕੇ ਤੁਸੀਂ ਨਾ ਫਸ ਜਾਣਾ।
ਜੀ ਤਾਂ ਇਹ ਮਾਮਲਾ ਇਸੇ ਤਰ੍ਹਾਂ ਦਾ ਜਿਹਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੱਕ ਯੂਐਸ ਦਾ ਐਨਆਰਆਈ ਜਿਹੜਾ ਰਹਿਣ ਵਾਲਾ ਉਹ ਕਹਿ ਰਿਹਾ ਕਿ ਭਰਾਵੋ ਮੈਂ ਇੱਥੇ ਆ ਗਿਆ, ਹਾੜਾ ਤੁਸੀਂ ਨਾ ਆ ਜਾਣਾ। ਜੀ ਮਿੰਟੂ ਜੀ, ਇਸ ਖਬਰ ਤੋਂ ਬਾਅਦ ਖੁਸ਼ਨੁਮਾ ਖਬਰ ਕੀ ਹੈ ਜੀ? ਹਾਂ, ਇਹ ਤਾਂ ਬਣਦੀ ਹੈ ਵਿਜੇ ਜੀ, ਖੁਸ਼ਨੁਮਾ ਖਬਰ ਤਾਂ ਬਣਦੀ ਹੈ। ਜਿਹੋ ਜਿਹੇ ਹਾਲਾਤ ਬਣੇ ਪਏ ਨੇ, ਇੱਕ ਅੱਧ ਐਨਆਰਆਈ ਵੀਰ ਜਿਹੜੇ ਆ ਉਹ ਖੁਸ਼ਨੁਮਾ ਖਬਰ ਆਪ ਵੀ ਲੱਭ ਲਿਆ ਕਰਨ, ਜੇ ਕਿਤੇ ਉਹਨਾਂ ਨੂੰ ਤੋੜ ਲੱਗੇ ਤੇ ਜ਼ਰੂਰੀ ਹੈ। ਖੈਰ, ਭਾਰਤੀ ਮੂਲ ਦੀ ਸ਼ਮਾ ਹਕੀਮ ਮੈਸੀਵਾਲਾ, ਉਹਨਾਂ ਨੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਕੈਲੀਫੋਰਨੀਆ ਦੇ ਉਹ ਸਹਾਇਕ ਜੱਜ ਵਜੋਂ ਨਿਯੁਕਤ ਹੋਏ ਨੇ। ਇਹ ਇੱਕ ਵੱਡੀ ਕਹਿ ਲਓ ਮਾਰਕੇ ਦੀ ਗੱਲ ਹੈ ਭਾਈਚਾਰੇ ਵਾਸਤੇ। ਮਤਲਬ ਕਿ ਇੱਕ ਪਾਸੇ ਦੇਖ ਲਓ ਕਿ ਕਿੰਨੀਆਂ ਮੱਲਾਂ ਮਾਰੀਆਂ ਜਾ ਰਹੀਆਂ, ਵਰਲਡ ਬੈਂਕ ਤੱਕ ਸਿੱਖ ਪਹੁੰਚ ਰਿਹਾ, ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਫੈਲ ਰਹੀ ਹੈ, ਸਫਲਤਾ ਪ੍ਰਾਪਤ ਕਰ ਰਹੀ ਹੈ। ਪਰ ਦੂਸਰੇ ਪਾਸੇ ਇੱਥੋਂ ਕੁਝ ਖਬਰਾਂ ਜਿਹੜੀਆਂ ਨੇ ਸਾਡੀ ਧਰਤੀ ਤੋਂ, ਜਿਹੜੀਆਂ ਖਬਰਾਂ ਨੇ, ਜਿੱਦਾਂ ਹੁਣ ਯੂਨੀਵਰਸਿਟੀ ਦੀ ਗੱਲ ਕੀਤੀ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਘਟਨਾਕ੍ਰਮ ਨੇ, ਉਹ ਜ਼ਰੂਰ ਸਾਨੂੰ ਝੰਜੋੜਦੇ ਆ। ਸੋ ਦੁਆ ਕਰਦੇ ਹਾਂ ਕਿ ਸਾਰਾ ਕੁਝ ਠੀਕ ਠਾਕ ਹੋ ਜਾਏ ਤੇ ਹੋ ਜਾਏਗਾ, ਐਸੀ ਆਸ ਵੀ ਹੈ। ਜੀ